ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਨੇ ਬੈਠੇ ਸੁੱਤੇ, ਉਹ ਹਾਲਾਤ ਅੱਜ ਬਣ ਗਏ। ਮੈਂ ਜਿਸ ਵੇਲੇ ਜਾ ਰਿਹਾ ਖਡੂਰ ਸਾਹਿਬ ਦੇ ਵਿੱਚ 10 ਬੱਚੇ ਇਕੱਠੇ ਸਮੈਕ ਪੀ ਰਹੇ, ਜਿੱਥੇ ਸਾਨੂੰ ਸਰੀਰ ਬਣਾਉਣ ਦਾ ਗੁਰੂ ਮਹਾਰਾਜ ਨੇ ਆਦੇਸ਼ ਦਿੱਤਾ ਸੀ, ਉੱਥੇ ਖੁਦ 10 ਵੇਲੇ ਗਿਆ ਤੇ ਮੈਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ। ਮੈਂ ਕਿਹਾ ਮੇਰੀ ਧਰਤੀ ਤੇ ਸਾਡੀ ਧਰਤੀ ਤੇ ਉੱਥੇ ਸਿਵਿਆਂ ਦੇ ਵਿੱਚ ਤੁਸੀਂ ਬੋਲੇ, ਉਹ ਵੀਡੀਓ ਜਿਹੜੀ ਸੀਗੀ ਉਹ ਰਾਤੋਂ ਰਾਤ ਵਾਇਰਲ ਹੋਈ, ਵੱਖ-ਵੱਖ ਲੋਕਾਂ 'ਚ ਗਈ। ਕੁਝ ਲੋਕਾਂ ਨੇ ਚੰਗਾ ਵੀ ਕਿਹਾ, ਕੁਝ ਨੇ ਮਾੜਾ ਕਿਹਾ, ਕੋਈ ਇਹ ਵੀ ਕਹਿ ਰਹੇ ਸੀ ਕਿ ਇਸੇ ਗ੍ਰੰਥੀ ਸਾਹਿਬ ਦਾ ਜਿਹੜਾ ਪੁੱਤਰ ਹੈਗਾ ਆ। ਇੱਕ ਕਮੈਂਟ ਲਿਖਿਆ ਗਿਆ ਸੀ ਕਿ ਜੇਕਰ ਇਹੋ ਜਿਹੇ ਗ੍ਰੰਥੀ ਦਾ ਬੱਚਾ ਜਿਹੜਾ ਹੈ ਉਹ ਸਮੈਕ ਪੀਂਦਾ ਹੈ ਤੇ ਉਹ ਪਤਿਤ ਹੈ ਤੇ ਇਹੋ ਜਿਹੇ ਗ੍ਰੰਥੀ ਨੂੰ ਗੋਲੀ ਮਾਰ ਦੇਣੀ ਚਾਹੀਦੀ। ਦੁੱਖ ਨਹੀਂ ਕਿ ਮੈਨੂੰ ਉਹਨੇ ਇਹ ਗੱਲ ਕਹੀ, ਕਿ ਮੈਨੂੰ ਸਗੋਂ ਇਹ ਗੱਲ ਦਾ ਮਹਿਸੂਸ ਹੋਇਆ ਕਿ ਉਹਦੇ ਮਨ ਦੇ ਵਿੱਚ ਸਿੱਖੀ ਪ੍ਰਤੀ ਗੁੱਸਾ ਆਏ ਕਿ ਉਹ ਵੇਖੋ ਗ੍ਰੰਥੀਆਂ ਦੇ ਬੱਚੇ ਕੀ ਕਰ ਰਹੇ। ਜੇਕਰ ਗ੍ਰੰਥੀ ਦੇ ਬੱਚੇ ਸੁਰੱਖਿਅਤ ਨਹੀਂ, ਪ੍ਰਚਾਰਕ ਦੇ ਬੱਚੇ ਵੀ ਸੁਰੱਖਿਅਤ ਨਹੀਂ, ਫਿਰ ਆਪਣਾ ਕੌਮ ਦਾ ਕੁਝ ਨਹੀਂ ਬਣ ਸਕਦਾ। ਬੱਚਾ ਚਿੱਟੇ ਨਾਲ ਮਰਦਾ, ਅਸੀਂ ਲੁਕਾਉਂਦੇ ਆ ਕਿ ਬਾਹਰ ਨਾ ਪਤਾ ਲੱਗੇ ਸਾਡਾ ਬੱਚਾ ਨਸ਼ੇ ਨਾਲ ਮਰ ਗਿਆ, ਪਰ ਤੁਸੀਂ ਉਸ ਸਿਸਟਮ ਨੂੰ, ਉਸ ਮਿੱਥ ਨੂੰ ਵੀ ਤੋੜਿਆ। ਠੀਕ ਹੈ, ਝੱਗਾ ਚੁੱਕਿਆ ਢਿੱਡ ਨੰਗਾ ਹੁੰਦਾ, ਪਰ ਹੁਣ ਬੋਲਣਾ ਪੈਣਾ ਆ ਕਿਉਂਕਿ ਅਸੀਂ ਪੁੱਤ ਗਵਾ ਰਹੇ ਹਾਂ ਪੰਜਾਬ ਦੇ। ਜਿਹੜਾ ਨਸ਼ਾ ਵੇਚਣ ਵਾਲਾ ਆਦਮੀ ਹੈ ਉਹ ਇੱਕ ਦਿਨ ਦਾ ਕਮ ਸੇ ਕਮ ਨਹੀਂ 2 ਲੱਖ ਤੋਂ ਲੈ ਕੇ ਤੇ 4 ਲੱਖ ਰੁਪਈਆ ਵੱਟ ਰਿਹਾ। ਮੇਰੇ ਸਾਹਮਣੇ ਦੀ ਅੱਖਾਂ ਦੀਆਂ ਗੱਲਾਂ ਏ। ਜਦੋਂ ਪ੍ਰਸ਼ਾਸਨ ਨੇ ਫੜਿਆ ਕੀ ਤੇ ਉਹਨਾਂ ਨੂੰ ਫੜ ਕੇ ਅੰਦਰ ਇੱਕ ਲੋਕਾਂ ਦੀਆਂ ਅੱਖਾਂ ਬੁਝਾਈਆਂ ਗਈਆਂ ਤੇ ਕਿਸੇ ਤੇ 5 ਗ੍ਰਾਮ ਪਾਤਾ, ਕਿਸੇ ਤੇ 10 ਗ੍ਰਾਮ ਪਾਤਾ। ਇਹਦਾ ਮਤਲਬ ਸਿੱਧਾ ਹੈ ਕਿ ਉਹ ਪ੍ਰਸ਼ਾਸਨ ਜਿਹੜਾ ਵਾ ਉਹਨਾਂ ਦੇ ਨਾਲ ਰਲਿਆ। ਮੇਰੀ ਤੇ ਸਾਰੀ ਸਰਕਾਰ ਨੂੰ ਬੇਨਤੀ ਆ ਕਿ ਆਪੋ ਆਪਣੇ ਇਲਾਕਿਆਂ ਦੇ ਵਿੱਚ ਬਾਕੀ ਭਾਵੇਂ ਸਾਰੇ ਕੰਮ ਛੱਡ ਦਿਓ, ਜੇਕਰ ਤੁਸੀਂ ਨਸ਼ੇ ਤੋਂ ਦੂਰ ਕਰਤਾ ਨੌਜਵਾਨਾਂ ਨੂੰ ਤੇ ਇਹ ਸਮਝ ਲਓ ਕਿ ਤੁਹਾਡੀ ਸਭ ਤੋਂ ਵੱਡੀ ਪ੍ਰਾਪਤੀ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਿੱਖ ਕੌਮ ਦੇ ਧਾਰਮਿਕ ਆਗੂਆਂ, ਗ੍ਰੰਥੀ ਸਿੰਘਾਂ ਤੇ ਪ੍ਰਚਾਰਕਾਂ ਦੇ ਸਿਰ ਅਕਸਰ ਇਹ ਇਲਜ਼ਾਮ ਆਉਂਦਾ ਰਹਿੰਦਾ ਹੈ ਕਿ ਕਿਤੇ ਨਾ ਕਿਤੇ ਉਹ ਕੌਮ ਨੂੰ ਸੇਧ ਦੇਣ ਦੇ ਵਿੱਚ ਜਾਂ ਫਿਰ ਕੌਮ ਦੀ ਰਾਹ ਰਸ਼ਨਾਉਣ ਦੇ ਵਿੱਚ ਕਾਮਯਾਬ ਨਹੀਂ ਰਹੇ। ਪਰ ਪਿੱਛੇ ਜੇ ਖੰਡੂਰ ਸਾਹਿਬ ਤੋਂ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਦੇ ਵਿੱਚ ਕਿ 18 ਸਾਲਾਂ ਦੇ ਇੱਕ ਨੌਜਵਾਨ ਦਾ ਸਿਵਾ ਬਲ ਰਿਹਾ ਸੀ ਤੇ ਉਸ ਸਿਵੇ ਤੇ ਅਰਦਾਸ ਉਪਰੰਤ ਜੋ ਗ੍ਰੰਥੀ ਸਿੰਘ ਸਨ ਉਹ ਕਾਫੀ ਭਾਵੁਕ ਹੋ ਗਏ ਸਨ। ਉਹਨਾਂ ਨੇ ਗੁਰਬਾਣੀ ਦੇ ਹਵਾਲੇ ਤੋਂ ਸੰਗਤ ਨੂੰ ਨਸ਼ਿਆਂ ਵਰਗੇ ਕੋਹੜ ਤੋਂ ਦੂਰ ਰਹਿਣ ਦੀ ਬੇਨਤੀ ਕੀਤੀ ਸੀ। ਦਰਅਸਲ ਉਹ ਸਿਰਫ ਤੇ ਸਿਰਫ ਗ੍ਰੰਥੀ ਸਿੰਘ ਹੀ ਨਹੀਂ ਬਲਕਿ ਉਹ ਪ੍ਰਚਾਰਕ ਵੀ ਹਨ, ਜਿਹੜੇ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਪ੍ਰਚਾਰ ਕਰ ਚੁੱਕੇ ਨੇ। ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਗਿਆਨੀ ਜਸਵਿੰਦਰ ਸਿੰਘ ਜੱਸਾ ਜੀ ਖੰਡੂਰ ਸਾਹਿਬ ਤੋਂ ਸਾਡੇ ਨਾਲ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਸੋ ਵੀਡੀਓ ਦੇ ਵਿੱਚ ਦੇਖਿਆ ਕਿ ਆਪ ਜੀ ਨੇ ਅਰਦਾਸ ਕੀਤੀ ਔਰ ਉਸ ਉਪਰੰਤ ਆਪ ਜੀ ਅਸੀਂ ਕਹਿ ਲਈਏ ਹੁਬਕੀ ਰੋਏ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਜਿਹੜਾ ਨੌਜਵਾਨ ਪੁੱਤ ਮਾਪਿਆਂ ਦਾ ਚਿੱਟੇ ਵਰਗੇ ਨਸ਼ੇ ਦੇ ਨਾਲ ਚਲਾ ਗਿਆ। ਸੋ ਕੀ ਉਸ ਵੇਲੇ ਕੀ ਹੋਇਆ ਸੀਗਾ, ਕਿਉਂਕਿ ਗੁਰਬਾਣੀ ਕਿਤੇ ਨਾ ਕਿਤੇ ਸਾਨੂੰ ਦੁੱਖ ਤੇ ਸੁੱਖ ਦੋਨਾਂ ਨੂੰ ਹੀ ਬੜੀ ਸਹਿਜਤਾ ਦੇ ਨਾਲ ਜਰਨ ਨੂੰ ਕਹਿੰਦੀ ਹੈ, ਪਰ ਤੁਹਾਨੂੰ ਉਸ ਵੇਲੇ ਕਿਹੜੀ ਚੀਜ਼ ਨੇ ਝੰਜੋੜ ਕੇ ਰੱਖ ਦਿੱਤਾ? ਕਿ ਗੁਰਬਾਣੀ ਦਾ ਫਰਮਾਨ ਹੈ, ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਗੁਰਬਾਣੀ ਨੇ ਸਾਨੂੰ ਇਹ ਕਿਹਾ ਹੈ ਕਿ ਵੇਖੋ ਨਸ਼ਾ ਕਰਨਾ ਜਿਹੜਾ ਮਾੜੀ ਗੱਲ, ਉਹ ਆਪਣਿਆਂ ਨੂੰ ਨਹੀਂ ਪਛਾਣਦਾ ਤੇ ਪਰਾਇਆਂ ਨੂੰ ਵੀ ਨਹੀਂ ਪਛਾਣਦਾ ਜੀ। ਜਦੋਂ ਅਸੀਂ ਮਾੜੇ ਕਾਰਜ ਦੇ ਵਿੱਚ, ਨਸ਼ਿਆਂ ਦੇ ਵਿੱਚ, ਕਿਉਂਕਿ ਨਸ਼ਿਆਂ ਦਾ ਰੁਝਾਨ ਰੰਭ ਤੋਂ, ਇਹ ਨਹੀਂ ਗੱਲ ਕਿ ਆਪਾਂ ਕਹੀਏ ਕਿ ਅੱਜ ਤੋਂ ਚੱਲਿਆ ਹੈ, ਰੰਭ ਤੋਂ ਚੱਲਦਾ ਹੈ। ਪਰ ਜਿਹੜਾ ਅੱਜ ਨਸ਼ਾ ਚੱਲ ਰਿਹਾ ਹੈ, ਜਿਹੜਾ ਕਿ ਅੱਜ ਨਸ਼ਾ ਚੱਲ ਰਿਹਾ ਹੈ, ਇਹ ਇੱਕ ਜਿਸ ਤਰ੍ਹਾਂ ਬਾਬਰ ਦੇ ਟਾਈਮ ਤੇ ਹਮਲੇ ਹੋਏ ਨੇ ਜੀ, ਤੇ ਉਹਨਾਂ ਨੇ ਆਮੋ ਸਾਹਮਣੇ ਕੀਤੇ ਨੇ। ਜੇਕਰ ਰੰਗਜੇਬ ਨੇ ਹਮਲੇ ਕੀਤੇ ਨੇ, ਉਹਨੇ ਆਮੋ ਸਾਹਮਣੇ ਕੀਤੇ ਨੇ। ਜੇਕਰ ਸਰਕਾਰਾਂ ਨੇ ਕੀਤੇ, ਪਰ ਜਿਹੜਾ ਹੁਣ ਹਮਲਾ ਹੋ ਰਿਹਾ ਹੈ ਕੌਮ ਤੇ, ਇਹ ਨਸ਼ਾ ਜਿਹੜਾ ਸਮੈਕ ਨਸ਼ਾ ਜਿਹੜਾ ਵਾੜਿਆ ਜਾ ਰਿਹਾ, ਇਹ ਨਮਰਦ ਕੀਤਾ ਜਾ ਰਿਹਾ। ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖ ਕੌਮ ਨੂੰ ਨਮਰਦ ਕੀਤਾ ਜਾ ਰਿਹਾ, ਕਿਉਂਕਿ ਸਾਡਾ ਏਰੀਆ ਹੈ ਤਰਨਤਾਰਨ ਏਰੀਆ, ਪਿੰਡ ਖਡੂਰ ਸਾਹਿਬ ਹੈ ਜੀ, ਜਿੱਥੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਮੱਲ ਅਖਾੜਾ ਰਚਿਆ, ਜਿੱਥੇ ਮੱਲ ਅਖਾੜਾ ਰਚਿਆ, ਜਿੱਥੇ ਮੱਲ ਅਖਾੜਾ ਬਣਾਇਆ ਕਿ ਇੱਥੋਂ ਮੱਲ ਬਣ ਗਏ, ਇੱਥੋਂ ਭਲਵਾਨ ਬਣ ਗਏ ਜੀ, ਜਿੱਥੇ ਗੁਰਬਾਣੀ ਦੀ ਰੰਭਤਾ ਕੀਤੀ ਹੈ ਮੱਲ ਖੜੇ ਤੋਂ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ, ਉੱਥੇ 8 ਪਾਤਸ਼ਾਹੀਆਂ ਸ੍ਰੀ ਗੁਰੂ ਸਾਡੇ ਜਿਹੜੇ 8 ਪਾਤਸ਼ਾਹੀਆਂ ਖਡੂਰ ਸਾਹਿਬ ਆਈਆਂ ਨੇ ਜੀ। ਪਰ ਸਭ ਤੋਂ ਜ਼ਿਆਦਾ ਨਸ਼ਾ ਜਿਹੜਾ ਹੈ ਉਹ ਤਰਨਤਾਰਨ ਏਰੀਏ ਤੇ ਖਡੂਰ ਸਾਹਿਬ ਏਰੀਏ ਦੇ ਵਿੱਚ। ਮੈਂ ਤੁਹਾਨੂੰ ਖੁਦ ਇਸ ਦਾ ਸਬੂਤ ਦੇ ਸਕਦਾ। ਮੈਂ ਆਪਣੇ ਮਸਾਣਾ ਦੇ ਵਿੱਚ ਗਿਆ ਜੀ, ਮੜੀਆਂ ਦੇ ਵਿੱਚ ਗਿਆ, ਤੇ ਜਿਸ ਵੇਲੇ ਮੈਂ ਗਿਆ ਉੱਥੇ ਕੀ ਚੀਜ਼ ਵੇਖੀ ਕਿ ਮੈਂ ਪ੍ਰਚਾਰ ਦੇ ਉੱਤੇ ਬਾਹਰ ਜ਼ਿਆਦਾਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀ 10 ਦੀ ਬਿਲਕੁਲ
ਡਿਊਟੀ ਲੱਗੀ ਹੋਈ ਹੈ ਥਾਂ ਥਾਂ ਜਾ ਕੇ ਪ੍ਰਚਾਰ ਕਰਨਾ। ਪਰ ਜਦੋਂ ਮੈਨੂੰ ਪਤਾ ਲੱਗਾ, ਮੈਂ ਨਾਭੇ ਦੇ ਵਿੱਚ ਹੀ ਸੀਗਾ, ਤੇ ਮੈਨੂੰ ਕੋਈ 9 ਵਜੇ ਨਾਲ ਜਦੋਂ ਪਤਾ ਲੱਗਾ ਕਿ ਆਪਣੇ ਬੱਚੇ ਦੀ ਡੈਥ ਹੋ ਗਈ, ਉਹ ਸਾਡੇ ਪਰਿਵਾਰ ਦੇ ਵਿੱਚੋਂ ਸੀਗਾ ਜੀ। ਅੱਛਾ। ਤੇ ਸਾਡੇ ਪਰਿਵਾਰ ਦੇ ਵਿੱਚੋਂ ਸੀਗਾ ਕਿ ਜਦੋਂ ਮੈਂ ਗਿਆ ਜਾ ਕੇ ਜਦੋਂ ਵੇਖਿਆ ਤੇ ਉਹ ਬੱਚੇ ਦੀ ਮਤਲਬ ਕਿ ਕਿਸ ਕਾਰਨ ਡੈਥ ਹੋਈ ਆ, ਉਹ ਜਿਹੜਾ ਪਰਿਵਾਰ ਹੈ ਮੇਰਾ ਉਹ ਤਾਂ ਕਹਿ ਰਿਹਾ ਕਿ ਵੈਸੇ ਡੈਥ ਹੋਈ ਹੈ, ਪਰ ਜੋ ਬਾਹਰ ਦੇ ਲੋਕ ਕਹਿ ਰਿਹਾ ਕਿ ਉਹ ਡੋਜ਼ ਦਾ ਕਰਕੇ ਡੈਥ ਹੋਈ ਹੈ। ਜੀ 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 ਬਿਲਕੁਲ। ਹੁਣ ਪਰਿਵਾਰ ਦਾ ਕਹਿਣਾ ਹੈ ਕਿ ਦੋਸਤਾਂ ਦੇ ਵੱਲੋਂ ਜਿਹੜਾ ਨਸ਼ਾ ਦਿੱਤਾ ਗਿਆ, ਹਾਂਜੀ, ਦੋਸਤਾਂ ਵੱਲੋਂ ਨਸ਼ਾ ਕਰਾਇਆ ਗਿਆ ਹੈ। ਜੀ। ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਮੈਂ ਤਾਂ ਇਸ ਗੱਲ ਨੂੰ, ਕਿਉਂਕਿ ਸਾਡੇ ਗੁਰੂ ਗੋਬਿੰਦ ਸਿੰਘ ਨੇ 1699 ਦੇ ਵਿੱਚ ਅੰਮ੍ਰਿਤ ਛਕਾ ਕੇ ਸਾਨੂੰ ਸਿੱਖ ਉਪਾਧੀ ਦਿੱਤੀ, ਸਿੰਘ ਬਣਾਇਆ ਸੀ। ਪਰ ਅੱਜ ਨੌਜਵਾਨ ਇੰਨਾ ਨਸ਼ੇ ਦੇ ਵਿੱਚ ਲੱਗ ਗਿਆ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਮੈਂ ਮਸਾਣਾ ਦੇ ਵਿੱਚ ਗਿਆ, ਉੱਥੋਂ ਮੈਂ ਕਮ ਸੇ ਕਮ ਨਹੀਂ ਤੇ ਚਲੋ ਥੋੜੀ ਬਹੁਤੀ ਨਹੀਂ, ਮੈਂ ਤੇ ਸਰਕਾਰਾਂ ਨੂੰ ਕਹਿਣਾ ਚਾਹਾਂਗਾ ਕਿ ਮੈਂ ਉੱਥੋਂ ਥੋੜੀਆਂ ਬਹੁਤੀਆਂ ਜਿਹੜੀਆਂ ਟੀਕੇ ਲਾਉਣ ਵਾਲੀਆਂ ਸੀਸੀਆਂ ਫੜੀਆਂ ਨਹੀਂ, ਕਮ ਸੇ ਕਮ ਨਹੀਂ 10,000 ਜੀ 10,000 ਸੀਸੀ ਜਿਹੜੀ ਆ ਮੈਂ ਉਹਨਾਂ ਮਸਾਣਾ ਦੇ ਵਿੱਚੋਂ। ਬਿਲਕੁਲ, ਤੁਸੀਂ ਵੀਡੀਓ ਵੀ ਭੇਜੀ ਸੀ, ਵੀਡੀਓ ਵੀ ਮੈਂ ਸਾਰੀ ਦਿੱਤੀ ਸੀ, ਦੱਸਿਆ ਵੀ ਸਾਰਿਆਂ ਨੂੰ। ਇੱਥੋਂ ਤੱਕ ਕਿ ਮੈਂ ਤੇ ਇਹ ਕਹਿਣਾ ਚਾਹੁੰਦਾ ਕਿ ਜਾਂ ਸਰਕਾਰਾਂ ਸੁੱਤੀਆਂ ਨੇ, ਜਾਂ ਪ੍ਰਸ਼ਾਸਨ ਸੁੱਤਾ ਪਿਆ ਹੈ, ਜਾਂ ਫਿਰ ਮੈਂ ਇਹ ਕਹਿ ਲਾਂ ਕਿ ਸਰਕਾਰ ਦਾ ਮਨ ਨਹੀਂ ਹੈਗਾ, ਜਾਂ ਤਾਂ ਫਿਰ ਜਿਹੜਾ ਪ੍ਰਸ਼ਾਸਨ ਨੇ ਇਹਨਾਂ ਨੂੰ ਕੋਈ ਨਾ ਕੋਈ ਇਹਦੇ ਵਿੱਚ ਨਸ਼ਿਆਂ ਦੇ ਵਿੱਚ ਕੋਈ ਫਾਇਦਾ ਹੋ ਰਿਹਾ ਹੈ, ਇਹਨਾਂ ਨੂੰ ਕੋਈ ਨਾ ਕੋਈ ਚੀਜ਼ ਮਿਲ ਰਹੀ ਹੈ ਜਿਹਦਾ ਕਰਕੇ ਵੱਧ ਤੋਂ ਵੱਧ ਨਸ਼ਿਆਂ ਦਾ ਰੁਝਾਨ ਜਿਹੜਾ ਉਹ ਪਿੰਡਾਂ ਦੇ ਵਿੱਚ ਵੱਧ ਰਿਹਾ ਹੈ। ਜੀ। ਮੈਂ ਇਹ ਇੱਥੇ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਪਹਿਲੀਆਂ ਸਰਕਾਰਾਂ ਇਹ ਨਹੀਂ ਗੱਲ ਕਿ ਆਪਾਂ ਆਖੀ ਕਿ ਇਹਦੀ ਹੁਣ ਦੀ ਸਰਕਾਰ ਨੇ, ਸਰਕਾਰਾਂ ਤੋਂ ਪਹਿਲਾਂ ਤੋਂ ਚੱਲਦਾ ਆਇਆ ਹੈ, ਕਾਂਗਰਸ ਨੇ ਵੀ ਚਲਾਇਆ, ਅਕਾਲੀਆਂ ਨੇ ਵੀ ਚਲਾਇਆ, ਤੇ ਸਾਡੇ ਜਿਹੜਾ ਹੁਣ ਚੱਲਿਆ ਹੈ, ਪਹਿਲਾਂ ਤਾਂ ਸ਼ਹਿਰਾਂ ਦੇ ਵਿੱਚ ਵੱਡੇ ਲੋਕਾਂ ਦੇ ਕੋਲ ਸੀਗਾ, ਪਰ ਹੁਣ ਬੱਚੇ ਦੇ ਜਦੋਂ ਦੀ ਆਹ ਸਰਕਾਰ ਆ ਗਈ ਹੈ ਨਾ, ਉਦੋਂ ਦਾ ਸਾਡੇ ਬੱਚਿਆਂ ਦੇ ਕੋਲ ਆ ਗਿਆ। ਮੈਂ ਆਪ ਖੁਦ ਮੈਂ ਜਿਸ ਵੇਲੇ ਜਾ ਰਿਹਾ ਖਡੂਰ ਸਾਹਿਬ ਦੇ ਵਿੱਚ, ਤੇ 10 ਬੱਚੇ ਇਕੱਠੇ ਸਮੈਕ ਪੀ ਰਹੇ, 10 ਬੱਚੇ ਮੇਰੇ ਖਡੂਰ ਸਾਹਿਬ ਦੇ ਵਿੱਚ। ਆਂਦੇ ਕਿ ਖਡੂਰ ਸਾਹਿਬ ਚੋਂ ਆਂਦੇ ਏਰੀਆ ਦੇ ਵਿੱਚੋਂ ਨਸ਼ਾ ਮੁੱਕ ਗਿਆ। ਇਤਿਹਾਸਿਕ ਧਰਤੀ ਦੇ ਵਿੱਚ ਜਿੱਥੇ ਮੱਲ ਖਾੜੇ ਲੱਗਦੇ ਸੀ, ਸਰੀਰ ਬਣਾਉਣ ਦਾ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ, ਜਿੱਥੇ ਸਾਨੂੰ ਸਰੀਰ ਬਣਾਉਣ ਦਾ ਗੁਰੂ ਮਹਾਰਾਜ ਨੇ ਆਦੇਸ਼ ਦਿੱਤਾ ਸੀ, ਉੱਥੇ ਖੁਦ 10 ਵੇਲੇ ਗਿਆ। ਮੈਂ 10 ਬੱਚਿਆਂ ਨੂੰ ਨਸ਼ਾ ਕਰਦਿਆਂ ਜਦੋਂ ਵੇਖਿਆ ਤੇ ਮੈਨੂੰ ਬੜਾ ਦੁੱਖ ਹੋਇਆ ਇਹ ਗੱਲ ਦਾ। ਮੈਂ ਕਿਹਾ ਮੇਰੀ ਧਰਤੀ ਤੇ ਸਾਡੀ ਧਰਤੀ ਤੇ ਗੁਰੂ ਮਹਾਰਾਜ ਆਏ ਸੀ, ਪਰ ਇੱਥੇ ਉਹੀ ਗੱਲ ਬਣ ਗਈ ਹੈ ਕਿ ਵੇਖੋ ਕਿੰਨਾ ਨਸ਼ੇ ਦਾ ਰੁਝਾਨ ਇਹਨਾਂ ਨੇ ਵਧਾ ਦਿੱਤਾ। ਵਧਾਇਆ ਕਿੰਨਾ ਲੋਕਾਂ ਨੇ, ਇਹ ਤਾਂ ਮੈਂ ਸਮਝੂਗਾ ਪ੍ਰਸ਼ਾਸਨ ਨੇ ਵਧਾਇਆ ਤੇ ਜਾਂ ਮੌਜੂਦਾ ਸਰਕਾਰ ਨੇ ਵਧਾਇਆ ਜੀ, ਕਿਉਂਕਿ ਇਹ ਧਿਆਨ ਨਹੀਂ ਬਿਲਕੁਲ ਦੇ ਰਹੇ। ਮੈਂ ਕਈ ਵਾਰ ਕੋਸ਼ਿਸ਼ ਕੀਤੀ ਹੈ ਜਾ ਕੇ ਦੱਸਣ ਦੀ ਕਿ ਭਈ ਇਹ ਜਿਹੜਾ ਸਾਡੇ ਖਡੂਰ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਹੋ ਗਿਆ। ਬੱਚੇ ਨੂੰ ਤੁਸੀਂ ਜਾ ਕੇ ਨਾ, ਮੈਂ ਤੁਹਾਨੂੰ ਸਬੂਤ ਦੇ ਸਕਦਾ। ਉਸ ਦਿਨ ਜੋ ਸਿਵਿਆਂ ਦੇ ਵਿੱਚ ਹੋਇਆ, ਉਸ ਦਿਨ ਤੁਸੀਂ ਸੰਗਤ ਨੂੰ ਜਿਹੜੀ ਬੇਨਤੀ ਕੀਤੀ, ਤੁਹਾਡਾ ਜਿਹੜਾ ਮਨ ਉਸ ਦਿਨ ਝੰਜੋੜਿਆ ਗਿਆ, ਉਹ ਕੀ ਵਜ੍ਹਾ ਸੀਗੀ? ਉਹਦਾ ਕਾਰਨ ਇਹ ਸੀਗਾ ਕਿ ਜਦੋਂ ਮੈਂ ਦੇਖਿਆ ਨਾ ਬੱਚੇ ਨੂੰ ਜਾ ਕੇ, ਤੇ ਇੰਨਾ ਜ਼ਿਆਦਾ ਦੁੱਖ ਹੋਇਆ ਮਨ ਨੂੰ, ਇੰਨਾ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਆ ਗਿਆ। ਮੇਰਾ ਜੀ ਕਰੇ ਕਿ ਮੈਂ ਜਿਹੜੇ ਲੋਕ ਨਸ਼ਾ ਵੇਚਦੇ ਨੇ, ਜੀ ਕਰੇ ਕਿ ਉਹਨਾਂ ਨੂੰ ਜਾ ਕੇ ਮੈਂ ਮਾਰ ਦੇਵਾਂ। ਇੰਨਾ ਜ਼ਿਆਦਾ ਦੁੱਖ ਹੋਇਆ ਮੈਨੂੰ। ਜਿੱਥੇ ਆਪਣੇ ਬੱਚੇ ਦਾ ਦੁੱਖ ਹੈ, ਉੱਥੇ ਮੈਨੂੰ ਸਾਡੀ ਸਿੱਖ ਪਨੀਰੀ ਦਾ ਵੀ ਦੁੱਖ ਹੈ, ਸਿੱਖ ਨੌਜਵਾਨਾਂ ਦਾ ਵੀ ਦੁੱਖ ਹੈ। ਉਹਨਾਂ ਦਾ ਨਾਲ ਮੈਨੂੰ ਇੰਨਾ ਜ਼ਿਆਦਾ ਦੁੱਖ ਹੋਇਆ ਕਿ ਜੇ ਇਹੋ ਹੀ ਰਸਤਾ ਸਾਡੀ ਸਿੱਖ ਕੌਮ ਦੇ ਬੱਚਿਆਂ ਨੇ ਅਪਣਾ ਲਿਆ ਤਾਂ ਇੱਕ ਨਾ ਇੱਕ ਦਿਨ ਸਿੱਖ ਕੌਮ ਹੈ ਜਿਹੜੀ ਉਹ ਬਹੁਤ ਜ਼ਿਆਦਾ ਪਿੱਛੇ ਲੱਗ ਜਾਵੇਗੀ, ਬਹੁਤ ਜ਼ਿਆਦਾ ਥੱਲੇ ਆ ਜਾਵੇਗੀ ਜੀ। ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਕਰਨਾ ਹੈ, ਮੈਂ ਤਾਂ ਉਹਦੇ ਵਿੱਚ ਵੀ ਤਰਜੀਹ ਦਿੰਦਾ। ਜੋ ਕਰ ਰਿਹਾ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਉਹਦੇ ਹੁਕਮ ਦੇ ਅੰਦਰ ਹੋ ਰਿਹਾ ਹੈ। ਪਰ ਦੂਸਰੇ ਬੰਨੇ ਇਹ ਵੇਖੀਏ ਕਿ ਸਰਕਾਰਾਂ ਜਿਹੜਾ ਹੈ ਉਹ ਆਪਣਾ ਜ਼ਿਆਦਾ ਜ਼ੋਰ ਲਾ ਰਹੀਆਂ। ਪਰ ਭਾਈ ਸਾਹਿਬ, ਜਿਵੇਂ ਤੁਸੀਂ ਉਸ ਦਿਨ ਉੱਥੇ ਸਿਵਿਆਂ ਦੇ ਵਿੱਚ ਤੁਸੀਂ ਬੋਲੇ ਹੈ ਨਾ, ਔਰ ਉਹ ਵੀਡੀਓ ਜਿਹੜੀ ਸੀਗੀ ਉਹ ਰਾਤੋਂ ਰਾਤ ਵਾਇਰਲ ਹੋਈ, ਵੱਖ-ਵੱਖ ਲੋਕਾਂ 'ਚ ਗਈ ਹੈ ਨਾ। ਤੁਹਾਨੂੰ ਕੁਝ ਲੋਕਾਂ ਨੇ ਚੰਗਾ ਵੀ ਕਿਹਾ, ਕੁਝ ਨੇ ਮਾੜਾ ਕਿਹਾ, ਕੋਈ ਇਹ ਵੀ ਕਹਿ ਰਹੇ ਸੀ ਕਿ ਇਸੇ ਗ੍ਰੰਥੀ ਸਾਹਿਬ ਦਾ ਜਿਹੜਾ ਪੁੱਤਰ ਹੈਗਾ ਆ। ਸੋ ਉਹ ਗੱਲ ਦੇ ਉੱਤੇ ਜਿਹੜਾ ਤੁਸੀਂ ਚਾਨਣਾ ਪਾਓ। ਮੈਂ ਤੁਹਾਨੂੰ ਇੱਥੇ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਮੈਂ ਜਿਸ ਵੇਲੇ ਉਹ ਵੀਡੀਓ ਵਾਇਰਲ ਹੋਈ, ਤੇ ਵੀਡੀਓ ਵਾਇਰਲ ਕੀਤੀ ਗਈ ਆ ਕਿ ਇੱਕ ਗ੍ਰੰਥੀ ਦਾ ਪੁੱਤਰ, ਮੇਰਾ ਉਹ ਪਰਿਵਾਰ ਦੇ ਵਿੱਚੋਂ ਹੀ, ਮੇਰਾ ਲੜਕਾ ਨਹੀਂ ਸੀ, ਮੇਰੇ ਪਰਿਵਾਰ ਦੇ ਵਿੱਚੋਂ ਸੀ। ਪਰ ਚਲੋ ਦੁੱਖ ਤੇ ਉਨਾ ਹੀ ਹੈ, ਇਹ ਨਹੀਂ ਗੱਲ ਕਿ ਹੁੰਦਾ। ਪਰ ਇੱਕ ਕਮੈਂਟ ਲਿਖਿਆ ਗਿਆ ਸੀ ਕਿ ਜੇਕਰ ਇਹੋ ਜਿਹੇ ਗ੍ਰੰਥੀ ਦਾ ਬੱਚਾ ਜਿਹੜਾ ਹੈ ਉਹ ਸਮੈਕ ਪੀਂਦਾ ਹੈ ਤੇ ਉਹ ਪਤਿਤ ਹੈ, ਤੇ ਇਹੋ ਜਿਹੇ ਗ੍ਰੰਥੀ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਮੈਨੂੰ ਉਸ ਗੱਲ ਦਾ ਦੁੱਖ ਨਹੀਂ ਕਿ ਮੈਨੂੰ ਉਹਨੇ ਇਹ ਗੱਲ ਕਹੀ, ਕਿ ਮੈਨੂੰ ਸਗੋਂ ਇਹ ਗੱਲ ਦਾ ਮਹਿਸੂਸ ਹੋਇਆ ਕਿ ਉਹਦੇ ਮਨ ਦੇ ਵਿੱਚ ਸਿੱਖੀ ਪ੍ਰਤੀ ਗੁੱਸਾ ਹੈ ਕਿ ਉਹ ਵੇਖੋ ਗ੍ਰੰਥੀਆਂ ਦੇ ਬੱਚੇ ਕੀ ਕਰ ਰਹੇ। ਮੈਂ ਇਹ ਗੱਲ ਦਾ ਆਪ ਜੀ ਦੇ ਚੈਨਲ ਰਾਹੀਂ ਕਹਿਣਾ ਚਾਹੁੰਦਾ, ਜੇਕਰ ਗ੍ਰੰਥੀ ਦੇ ਬੱਚੇ ਵੀ
ਸੁਰੱਖਿਅਤ ਨਹੀਂ, ਪ੍ਰਚਾਰਕ ਦੇ ਬੱਚੇ ਵੀ ਸੁਰੱਖਿਅਤ ਨਹੀਂ, ਫਿਰ ਆਪਣਾ ਕੌਮ ਦਾ ਕੁਝ ਨਹੀਂ ਬਣ ਸਕਦਾ। ਕੁਝ ਨਹੀਂ ਬਣ ਸਕਦਾ। ਬੱਚਿਆਂ ਨੂੰ ਸੁਰੱਖਿਅਤ ਜੇ ਕਰਨਾ ਹੈ, ਉੱਥੇ ਦਰਦ ਮੈਨੂੰ ਇਸ ਕਰਕੇ ਹੋਇਆ ਉਹ ਮਸਾਣਾ ਦੇ ਵਿੱਚ ਕਿ ਅੱਜ ਸਾਡੇ ਬੱਚੇ ਸਮੈਕ ਪੀ ਕੇ ਜਾਂ ਟੀਕੇ ਲਾ ਕੇ ਖਤਮ ਹੋ ਰਹੇ ਆ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ ਕਿ ਅਸੀਂ ਜਾਂ ਧਿਆਨ ਜਾਂ ਮਾਂ-ਬਾਪ ਨਹੀਂ ਧਿਆਨ ਦੇ ਰਿਹਾ, ਜਾਂ ਫਿਰ ਆਪਾਂ ਕਹਿ ਲਈਏ ਕਿ ਜਿਸ ਤਰ੍ਹਾਂ ਹੁਣ ਕਮੈਂਟ ਮੇਰੇ ਥੱਲੇ ਆਇਆ ਕਿ ਪਹਿਲਾਂ ਤੁਸੀਂ ਧਿਆਨ ਨਹੀਂ ਦੇ ਸਕਦੇ, ਪਹਿਲਾਂ ਵੇਖਿਆ ਨਹੀਂ ਤੁਸੀਂ। ਅਸੀਂ ਬੱਚੇ ਵੇਖਦੇ ਆ, ਬੱਚੇ ਹੁਣ ਦੱਸਦੇ ਥੋੜਾ ਹੈ, ਘਰ ਵਿੱਚ ਜਦੋਂ ਆਉਂਦੇ ਆ ਤਾਂ ਕਹਿੰਦੇ ਅਸੀਂ ਠੀਕ ਆ, ਬਿਲਕੁਲ ਕੋਈ ਗੱਲ ਨਹੀਂ ਹੈਗੀ। ਬੱਚਿਆਂ ਦਾ ਸ਼ੋਅ ਹੀ ਨਹੀਂ ਹੋ ਰਿਹਾ ਬਿਲਕੁਲ ਕਿ ਉਹ ਮਤਲਬ ਕਿ ਨਸ਼ਾ ਵੀ ਕੋਈ ਕਰਦੇ ਹੋਣਗੇ, ਕਿਉਂਕਿ ਉਹ ਸ਼ੋਅ ਬਿਲਕੁਲ ਹੋਣ ਹੀ ਨਹੀਂ ਦੇ ਰਹੇ। ਪਰ ਜਦੋਂ ਉਦੋਂ ਹੀ ਪਤਾ ਲੱਗਦਾ ਹੈ ਕਿ ਜਦੋਂ ਬੱਚਾ ਐਂਡ ਹੋ ਜਾਂਦਾ ਹੈ ਬੱਚੇ ਦਾ ਜੀ। ਤੇ ਉਦੋਂ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਕਿ ਸਾਡੀ ਸਿੱਖ ਕੌਮ ਕਿਹੜੇ ਕਿਰਾਏ ਪੈ ਗਈ ਆ। ਬੜਾ ਇਸ ਕਰਕੇ ਦੁੱਖ ਹੋਇਆ ਕਿ ਜੇ ਇਸੇ ਕਿਰਾਏ ਪੈ ਗਈ ਤਾਂ ਸਿੱਖ ਕੌਮ ਦਾ ਨੁਕਸਾਨ ਬਹੁਤ ਜ਼ਿਆਦਾ ਹੋਵੇ ਜੀ। ਜਿਵੇਂ ਤੁਸੀਂ ਕਿਹਾ ਕਿ ਸਰਕਾਰਾਂ ਜ਼ਿੰਮੇਵਾਰ ਨੇ ਜਾਂ ਪ੍ਰਸ਼ਾਸਨ ਜਿਹੜਾ ਉਹ ਜ਼ਿੰਮੇਵਾਰ ਹੈ, ਬਹੁਤ ਟਾਈਮ ਤੋਂ ਅਸੀਂ ਇਹੀ ਸੁਣਦੇ ਆਏ ਹੈਗੇ ਆ। ਪਰ ਜਿਵੇਂ ਅਸੀਂ ਪੰਜਾਬ ਦੀ ਜਦੋਂ ਗੱਲ ਕਰਦੇ, ਕਹਿੰਦੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਹੈ ਨਾ। ਸੋ ਪੰਜਾਬ ਦੇ ਵਿੱਚ ਗੁਰੂਆਂ ਦੀ ਬਾਣੀ ਨੂੰ ਮੰਨਿਆ ਜਾਂਦਾ ਹੈ, ਤੇ ਕਿਤੇ ਨਾ ਕਿਤੇ ਸਾਡਾ ਪ੍ਰਚਾਰ ਵੀ, ਕਿਉਂਕਿ ਜਦੋਂ ਹੁਣ ਤੁਹਾਡਾ ਵੀਡੀਓ ਵਾਇਰਲ ਹੋਇਆ, ਤੁਸੀਂ ਉੱਥੇ ਸਿਵਿਆਂ ਦੇ ਵਿੱਚ ਜਾ ਕੇ ਬੋਲੇ ਆ, ਮਾਪਿਆਂ ਨੂੰ ਆਪਣੇ ਪੁੱਤ ਸਾਂਭਣ ਦੇ ਲਈ ਕਿਹਾ, ਤੇ ਉਹ ਗੱਲ ਬੜੀ ਦੂਰ ਤੱਕ ਗਈ ਹੈ। ਸਾਡੇ ਪ੍ਰਚਾਰਕ ਕਿਉਂ ਇੱਥੋਂ ਖੁੰਝ ਗਏ? ਅਸੀਂ ਕਿਉਂ ਉਸ ਤਰ੍ਹਾਂ ਪ੍ਰਚਾਰ ਨਹੀਂ ਕਰ ਸਕੇ ਕਿ ਅਸੀਂ ਆਪਣੇ ਬੱਚਿਆਂ ਨੂੰ ਕਹੀਏ ਕਿ ਇਹ ਜਿਹੜਾ ਨਸ਼ਾ ਆ, ਇਹ ਜੋ ਤੁਹਾਨੂੰ ਕਿਤੇ ਸਾਹਮਣੇ ਵੀ ਦਿਖ ਰਿਹਾ, ਤੁਹਾਡੇ ਕੰਮ ਦੀ ਚੀਜ਼ ਨਹੀਂ, ਤੁਹਾਨੂੰ ਤਾਂ ਗੁਰਬਾਣੀ ਨੇ ਜਿਹੜਾ ਹੈਗਾ ਨਾਮ ਖੁਮਾਰੀ ਦਾ ਨਸ਼ਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੀ ਚੜੀ ਰਵੇ ਦਿਨ ਰਾਤ, ਸੋ ਉਸ ਤਰ੍ਹਾਂ ਦਾ ਨਸ਼ਾ ਆ। ਸੋ ਕਿਤੇ ਨਾ ਕਿਤੇ ਅਸੀਂ ਧਾਰਮਿਕ ਆਗੂ ਵੀ ਤਾਂ ਜ਼ਿੰਮੇਵਾਰ ਹਾਂ। ਬਿਲਕੁਲ ਇਹਦੇ ਵਿੱਚ ਜ਼ਿੰਮੇਵਾਰ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਬਿਲਕੁਲ ਤੁਹਾਡਾ ਸਵਾਲ ਸਹੀ ਹੈ ਕਿ ਅੱਜ ਸਾਨੂੰ ਪ੍ਰਚਾਰਕਾਂ ਨੂੰ, ਗ੍ਰੰਥੀਆਂ ਨੂੰ ਆਪਣਾ ਸਪਿਰਿਟ ਲੈ ਕੇ ਚੱਲਣਾ ਚਾਹੀਦਾ ਕਿ ਅਸੀਂ ਵੱਧ ਤੋਂ ਵੱਧ ਕੌਮ ਦੀ ਸੇਵਾ ਕਰੀਏ। ਪਰ ਸਾਡੇ ਵਿੱਚ ਵੀ ਊਣਤਾਈਆਂ ਆਉਂਦੀਆਂ ਨੇ, ਕਿਉਂਕਿ ਜਦੋਂ ਅਸੀਂ ਪ੍ਰਚਾਰ ਵਾਸਤੇ ਜਾਂਦੇ ਹਾਂ ਜਾਂ ਅਸੀਂ ਗ੍ਰੰਥੀ ਸਿੰਘ ਜਿਹੜੇ ਉਹ ਪਿੰਡਾਂ ਦੇ ਵਿੱਚ ਹੈ, ਉੱਥੇ ਕਮੇਟੀਆਂ ਹੁੰਦੀਆਂ ਨੇ ਗੁਰਦੁਆਰਿਆਂ ਦੀਆਂ ਬਣੀਆਂ। ਉਹ ਕਮੇਟੀਆਂ ਜਿਹੜੀਆਂ ਨੇ ਉਹ ਸਾਰੀਆਂ ਕਮੇਟੀਆਂ ਪਤਿਤ ਨੇ, ਉਹਨਾਂ ਕੋਲ ਮੋਨੀਆਂ ਕਮੇਟੀਆਂ ਨੇ ਗੁਰਦੁਆਰਿਆਂ ਦੀਆਂ। ਤੇ ਜੇਕਰ ਅਸੀਂ ਪ੍ਰਚਾਰਕ ਬਾਹਰ ਨਿਕਲਦੇ ਹਾਂ ਤਾਂ ਸਾਡੇ ਉੱਤੇ ਵੀ ਕਈ ਤਰ੍ਹਾਂ ਦੇ ਕਿ ਇਹਨਾਂ ਸ਼ਾਇਦ ਕੋਈ ਆਪਣਾ ਕੋਈ ਫਾਇਦਾ ਲੈਣ ਵਾਸਤੇ ਕੋਈ ਇਹ ਪ੍ਰਚਾਰ ਕਰ ਰਹੇ ਆ। ਇੱਕ ਦੂਜੇ ਦਾ ਮੈਂ ਤੇ ਇਹ ਗੱਲ ਕਵਾਂਗਾ, ਪ੍ਰਚਾਰਕ ਹੀ ਇੱਕ ਦੂਜੇ ਦਾ ਵਿਰੋਧ ਕਰ ਰਹੇ ਆ, ਜਿਹਦਾ ਕਰਕੇ ਆਪੋ ਤਾਪੀ ਪਈ ਹੋਈ ਹੈ ਕਿ ਮੈਂ ਪਿੱਛੇ ਨਾ ਰਹਿ ਜਾ ਤੇ ਮੈਂ ਉਹ ਤੋਂ ਅੱਗੇ ਲੰਘ ਜਾਵਾਂ। ਸਿਰਫ ਇਸੇ ਕਰਕੇ ਸਾਡੇ ਪ੍ਰਚਾਰ ਦੇ ਵਿੱਚ ਊਣਤਾਈਆਂ ਆ ਰਹੀਆਂ ਨੇ ਕਿ ਹਰ ਕੋਈ ਜਿਹੜਾ ਪ੍ਰਚਾਰਕ ਹੈ, ਜਦੋਂ ਪ੍ਰਚਾਰਕ ਨੂੰ ਇਹ ਗੱਲ ਕਹਿ ਦਿੰਦਾ ਕਿ ਭਈ ਆਹ ਵੇਖੋ ਤੇਰੇ ਵਿੱਚ ਆਹ ਫਲਾਨੀ ਊਣਤਾਈ ਆ, ਉਹਦਾ ਪ੍ਰਚਾਰਕ ਦਾ ਮਨੋਬਲ ਜਿਹੜਾ ਡਿੱਗ ਪੈਂਦਾ। ਅੱਛਾ, ਉਸ ਤੋਂ ਬਾਅਦ ਜਿਹੜੇ ਕੌਮ ਦੇ ਜਿੰਨੇ ਵੀ ਸਾਡੇ ਇਸ ਵੇਲੇ ਸੰਸਥਾਵਾਂ ਨੇ, ਜਦੋਂ ਇਹ ਪਤਾ ਲੱਗਿਆ ਕਿ ਤੁਸੀਂ ਇਸ ਤਰ੍ਹਾਂ ਨਾਲ ਬੇਨਤੀ ਕੀਤੀ ਕਿ ਆਪਣੇ ਪੁੱਤਰ ਸਾਂਭੋ, ਔਰ ਉਹ ਗੱਲ ਬੜੀ ਦੂਰ ਤੱਕ ਗਈ, ਤੁਸੀਂ ਕਿਤੇ ਨਾ ਕਿਤੇ ਉਹ ਦਰਦ ਉਸ ਵੇਲੇ ਉਹ ਸਿਵਿਆਂ ਦੇ ਵਿੱਚ ਮਹਿਸੂਸ ਕੀਤਾ, ਤੁਹਾਡੇ ਦਿਲੋਂ ਉਹ ਹੂਕ ਨਿਕਲੀ ਤੇ ਉਹ ਲੋਕਾਂ ਤੱਕ ਵੀ ਗਈ ਆ। ਬਹੁਤ ਲੋਕਾਂ ਨੇ ਕਿਹਾ ਵੀ ਹਾਂ ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਮੌਤਾਂ, ਕਈ ਵਾਰ ਕੀ ਹੁੰਦਾ ਕਿ ਬੱਚਾ ਚਿੱਟੇ ਨਾਲ ਮਰਦਾ, ਅਸੀਂ ਲੁਕਾਉਂਦੇ ਆ ਕਿ ਬਾਹਰ ਨਾ ਪਤਾ ਲੱਗੇ ਸਾਡਾ ਬੱਚਾ ਨਸ਼ੇ ਨਾਲ ਮਰ ਗਿਆ। ਪਰ ਤੁਸੀਂ ਉਸ ਸਿਸਟਮ ਨੂੰ, ਉਸ ਮਿੱਥ ਨੂੰ ਵੀ ਤੋੜਿਆ ਵੀ ਹਾਂ ਨਹੀਂ ਬੋਲੋ, ਠੀਕ ਹੈ ਝੱਗਾ ਚੁੱਕਿਆ ਢਿੱਡ ਨੰਗਾ ਹੁੰਦਾ, ਪਰ ਹੁਣ ਬੋਲਣਾ ਪੈਣਾ ਆ ਕਿਉਂਕਿ ਅਸੀਂ ਪੁੱਤ ਗਵਾ ਰਹੇ ਹਾਂ ਪੰਜਾਬ ਦੇ। ਸੋ ਸੰਸਥਾਵਾਂ ਨੇ ਜਾਂ ਹੋਰ ਆਗੂਆਂ ਨੇ ਜਾਂ ਜਿਹੜੇ ਤੁਹਾਡੇ ਨਾਲ ਦੇ ਪ੍ਰਚਾਰਕ ਨੇ, ਉਹਨਾਂ ਨੇ ਇਸ ਚੀਜ਼ ਨੂੰ ਕਿਵੇਂ ਦੇਖਿਆ, ਤੁਹਾਨੂੰ ਸ਼ਾਬਾਸ਼ੀ ਦਿੱਤੀ? ਬਿਲਕੁਲ, ਉਹਨਾਂ ਨੇ ਮੈਨੂੰ ਇਹ ਕਹਿਣਾ ਕੀਤਾ ਹੈ, ਮੈਨੂੰ ਕਮ ਸੇ ਕਮ ਨਹੀਂ, ਮੇਰੇ ਪਿੰਡ ਦੇ ਤੋਂ ਹੀ, ਮੇਰੇ ਨਗਰ ਦੇ ਵਿੱਚੋਂ ਜਿਹੜੀ ਪੰਚਾਇਤ ਹੈ, ਜਿਨ੍ਹਾਂ ਨੂੰ ਮੈਂ ਕਿਹਾ ਸੀ ਕਿ ਇਹਨਾਂ ਪੰਚਾਇਤਾਂ ਰਲੀਆਂ ਹੋਈਆਂ ਨੇ, ਜਾਂ ਉਹਨਾਂ ਨੇ ਚਲੋ ਗੁੱਸਾ ਨਹੀਂ ਕੀਤਾ ਇਸ ਗੱਲ ਦਾ। ਇਹਨਾਂ ਨੇ ਸਗੋਂ ਇਹ ਗੱਲ ਕਹੀ ਕਿ ਆਪਾਂ ਸਾਰੇ ਰਲ ਮਿਲ ਕੇ ਆਪਾਂ ਇੱਕ ਹਮਲਾ ਮਾਰੀਏ ਕਿ ਆਪਾਂ ਇਹਨਾਂ ਨਸ਼ੇ ਦੇ ਰੁਝਾਨ ਨੂੰ ਰੋਕੀਏ। ਸੋ ਸੱਚ ਦਾ ਸ਼ੀਸ਼ਾ ਵੇਖਿਆ, ਸੱਚ ਦਾ ਉਹਨਾਂ ਨੇ ਬਿਲਕੁਲ ਸ਼ੀਸ਼ਾ ਵੇਖਿਆ। ਤੇ ਚਲੋ ਜਿਨ੍ਹਾਂ ਦੇ ਵਿੱਚ ਮਨ ਦੇ ਵਿੱਚ ਕਈਆਂ ਦੇ ਵਿਰੋਧਤਾ ਵੀ ਕਰਦੇ, ਮੈਂ ਉਹਨਾਂ ਦੀ ਵਿਰੋਧਤਾ ਨਹੀਂ ਸਮਝਦਾ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਵੀ ਸੱਚ ਹੀ ਝਲਕਦਾ ਹੈ। ਇਹ ਨਹੀਂ ਗੱਲ ਕਿ ਆਪਾਂ ਉਹਨਾਂ ਨੂੰ ਵਿਰੋਧ ਕਹਿ ਸਕਦੇ, ਕਿਉਂਕਿ ਉਹਨਾਂ ਦੇ ਕਿਤੇ ਨਾ ਕਿਤੇ ਦਰਦ ਹੁੰਦਾ ਹੈ ਕਿ ਸ਼ਾਇਦ ਉਹ ਕਈ ਵਾਰ ਦੂਸਰੇ ਬੰਨੇ ਵੱਲ ਸੋਚਦੇ ਆ, ਕੋਈ ਦੂਸਰੇ ਬੰਨੇ ਦੀ ਸੋਚਦਾ। ਮੈਂ ਤਾਂ ਇਹੋ ਸੋਚਦਾ ਹਾਂ ਕਿ ਕਿਉਂਕਿ ਦਰਦ ਦਾ ਕਰਕੇ ਉਹਨਾਂ ਮੈਨੂੰ ਕਿਹਾ ਕਿ ਗ੍ਰੰਥੀ ਇੱਕ ਹੋਣ ਦਾ ਕਰਕੇ ਇਹਦਾ ਪੁੱਤਰ ਹੈ ਜਿਹੜਾ ਉਹ ਵੇਖੋ ਇਹ ਪਤਿਤ ਹੈ ਤੇ ਉਹਨੂੰ ਗੋਲੀ ਮਾਰ ਦੇਣੀ ਚਾਹੀਦੀ। ਮੈਂ ਉਹਦੀ ਗੱਲ ਬਿਲਕੁਲ ਸਹੀ ਮੰਨਦਾ, ਉਹਦੀ ਬਿਲਕੁਲ ਗੱਲ ਸਹੀ ਹੈ। ਤੇ ਇਸ ਕਰਕੇ ਗ੍ਰੰਥੀਆਂ ਨੂੰ ਵੱਧ ਤੋਂ ਵੱਧ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ, ਗ੍ਰੰਥੀਆਂ ਨੂੰ ਹੀ ਨਹੀਂ, ਆਪਣੇ ਪ੍ਰਚਾਰ ਹੀ ਇੰਨਾ ਜ਼ਿਆਦਾ ਹੋਣਾ ਚਾਹੀਦਾ ਵਾ ਕਿ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਆਂ ਜਾਣ। ਗ੍ਰੰਥੀਆਂ ਦਾ ਜ਼ਿੰਮੇਵਾਰੀ ਬਣਦੀ ਹੈ ਜੀ। ਅੱਛਾ, ਤੁਸੀਂ ਕਹਿ ਰਹੇ ਸੀ ਖੰਡੂਰ ਸਾਹਿਬ ਦੀਆਂ ਮੜੀਆਂ ਦੇ ਵਿੱਚ ਜਿਹੜੇ ਟੀਕਿਆਂ ਦੀ ਪੂਰਾ ਤੁਸੀਂ ਜਦੋਂ ਇਕੱਠੇ ਕੀਤੇ ਤੇ 1000 ਤੋਂ ਉੱਪਰ ਸ਼ੀਸ਼ੀਆਂ ਤੇ ਟੀਕੇ ਸੀਗੇ, ਉਹਦੇ ਬਾਰੇ ਤੁਸੀਂ ਫਿਰ ਕਿਹਨੂੰ ਦੱਸਿਆ, ਜਾਂ ਜਿੱਦਾਂ ਤੁਸੀਂ ਦੇਖਿਆ ਸੀ ਉਹ ਬੱਚੇ ਨਸ਼ੇ ਕਰ ਰਹੇ ਸੀ ਔਰ ਉਹਨਾਂ ਨੂੰ ਵੀ ਤੁਹਾਨੂੰ ਪਤਾ ਲੱਗਾ ਵੀ 10-5 ਮੁੰਡੇ ਨੇ ਔਰ ਇਹ ਨਸ਼ਿਆਂ 'ਚ ਲੱਗੇ, ਕਿਵੇਂ ਉਹਨਾਂ ਦੇ ਘਰਦਿਆਂ ਨਾਲ ਜਾਂ ਉਹਨਾਂ ਨੂੰ ਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ? ਬੜਾ ਕੋਸ਼ਿਸ਼ ਕੀਤੀ ਜੀ। ਹੁਣ ਬਾਅਦ ਦੇ ਵਿੱਚ ਸਿਰਫ ਉਦੋਂ ਦਾ ਕੋਈ ਗੱਲ ਆ ਰਹੀ ਹੈ ਕਿ ਕੋਸ਼ਿਸ਼ ਮੈਂ ਕਰਾਂ, ਬੇਸ਼ੱਕ ਮੇਰੇ ਘਰ ਰਹਿਤ ਹੈ, ਭਾਵੇਂ ਪਰਿਵਾਰ ਦੇ ਵਿੱਚ ਹੈ,
ਮੈਂ ਇਸ ਵਕਤ ਤੇ ਚੰਡੀਗੜ੍ਹ ਵੀ ਆਇਆ ਹੋਇਆ ਪਰਿਵਾਰ ਦੇ ਵਿੱਚ ਵੀ, ਪਰਿਵਾਰ ਵਿੱਚ ਫੇਰ ਵੀ ਅੱਜ ਸਵੇਰ ਦੀ ਗੱਲ ਹੈ ਕਿ ਅੱਜ ਵੀ ਮੈਂ ਕਥਾ ਕਰਕੇ ਆਇਆ। ਸੋ ਤੁਹਾਡੇ ਜਿਹੜਾ ਪ੍ਰਚਾਰ ਦੇ ਵਿੱਚ ਇੱਕ ਬਦਲਾਅ ਆਇਆ ਪੰਜਾਬ ਨੂੰ ਇਹ ਨਸ਼ਿਆਂ ਤੋਂ ਬਚਾਉਣ ਦਾ, ਇੱਕ ਉਹ ਆਇਆ ਕਿ ਇਹ ਨਾਰਾ ਹੁਣ ਮੈਂ ਦੇਣਾ, ਨਾਰਾ ਦੇਣਾ ਹੈ। ਬਸ ਮਨ ਦੇ ਵਿੱਚ ਇੱਕੋ ਹੀ ਹੈ ਕਿ ਹੁਣ ਨਾਰਾ ਦੇਣਾ ਹੈ। ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਹੈ ਕਿ ਮੇਰੇ ਕੋਲ ਜਿੰਨਾ ਵੀ ਪ੍ਰਚਾਰ ਹੋਇਆ ਕਿ ਮੈਂ ਇਹ ਨਾਰਾ ਜ਼ਰੂਰ ਦੇਣਾ ਕਿ ਆਪਾਂ ਨਸ਼ਿਆਂ ਤੋਂ ਬੱਚਿਆਂ ਨੂੰ ਬਚਾਈਏ। ਇਸ ਕਰਕੇ ਮੈਨੂੰ ਕਿ ਮੇਰਾ ਇਹ ਜਿਹੜਾ ਚੱਲਿਆ ਜੀ। ਸੋ ਮਤਲਬ ਹੁਣ ਤੁਸੀਂ ਇਸ ਪਾਸੇ ਲਾਉਣਾ ਚਾਹੁੰਦੇ ਆ। ਸੋ ਬਹੁਤ ਸਾਰੀ ਸਿੱਖ ਸੰਗਤ ਵੀ ਹੈ, ਜਿਸ ਦਿਨ ਦੀ ਤੁਹਾਡੀ ਵੀਡੀਓ ਵਾਇਰਲ ਹੋਈ ਹੈ, ਕਿਹਾ ਜਾ ਰਿਹਾ ਸੀ ਤੁਹਾਡੇ ਬਾਰੇ ਜਿਹੜਾ ਹੈਗਾ ਦੱਸਿਆ ਜਾਏ। ਸੋ ਇੱਕ ਕੋਸ਼ਿਸ਼ ਕੀਤੀ ਹੈ ਇਹ ਪ੍ਰਚਾਰਕ ਨੇ ਜੋ ਭਾਈ ਸਾਹਿਬ ਹੁਣੀ, ਔਰ ਕਾਫੀ ਥਾਵਾਂ ਤੇ ਪ੍ਰਚਾਰ ਕਰ ਚੁੱਕੇ ਨੇ, ਪਰ ਖੰਡੂਰ ਸਾਹਿਬ ਦੇ ਵਿੱਚੋਂ ਡੈਥ ਹੁੰਦੀ ਹੈ। ਇਹਨਾਂ ਦਾ ਆਪਣਾ ਉਹ ਇਲਾਕਾ ਆ, ਆਪਣਾ ਇਹਨਾਂ ਦਾ ਪਿੰਡ ਹੈ ਔਰ ਇਤਿਹਾਸਿਕ ਨਗਰ ਹੈ। 8 ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ, ਗੁਰੂ ਅੰਗਦ ਪਾਤਸ਼ਾਹ ਉੱਥੋਂ ਗੁਰਬਾਣੀ ਲਿਪੀ ਜਾਰੀ ਕਰਦੇ ਨੇ, ਮੱਲ ਅਖਾੜੇ ਲਾਇਆ ਕਰਦੇ ਸੀ। ਔਰ ਗੁਰੂ ਅੰਗਦ ਪਾਤਸ਼ਾਹ ਵੇਲੇ ਸਿੱਖੀ ਦਾ ਪ੍ਰਚਾਰ ਕੇਂਦਰ ਵੀ ਰਿਹਾ ਸੀ। ਸਿੱਖੀ ਨੂੰ ਸਭ ਤੋਂ ਵੱਧ ਪ੍ਰਫੁੱਲਿਤ ਕੀਤਾ ਸੀ ਉਹਨਾਂ ਨੇ ਜਦੋਂ ਉਹ ਖੰਡੂਰ ਸਾਹਿਬ ਆਏ ਸੀਗੇ। ਸੋ ਭਾਈ ਸਾਹਿਬ, ਮੈਂ ਅਖੀਰ ਦੇ ਵਿੱਚ ਬਸ ਇਹੀ ਚਾਹੁੰਦੀ ਕਿ ਸੰਗਤ ਦੇ ਨਾਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਜਿਵੇਂ ਤੁਹਾਡਾ ਇਲਾਕਾ ਤਾਂ ਬਹੁਤ ਹੀ ਜ਼ਿਆਦਾ ਨਸ਼ਿਆਂ 'ਚ ਗਲਤਾਨ ਹੈ। ਮੈਂ ਸੰਗਤ ਨੂੰ ਉਦੇਸ਼ ਇਹੋ ਹੀ ਦੇਣਾ ਚਾਹੁੰਦਾ, ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਆਪਾਂ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਏ। ਜੇਕਰ ਕਿਸੇ ਦਾ ਪੁੱਤ ਨਸ਼ਾ ਕਰਦਾ ਤਾਂ ਉਹਨੂੰ ਲੁਕਾਓ ਨਾ, ਜੇ ਕਿਸੇ ਦਾ ਭਰਾ ਨਸ਼ਾ ਕਰਦਾ ਤਾਂ ਉਹਨੂੰ ਲੁਕਾਓ ਨਾ, ਉਹਨੂੰ ਸਗੋਂ ਦੱਸੋ ਕਿ ਇਹ ਨਸ਼ਾ ਕਰਦਾ। ਤੇ ਆਪਾਂ ਕੋਸ਼ਿਸ਼ ਕਰੀਏ ਪਿੰਡਾਂ ਦੇ ਵਿੱਚ ਜਾਂ ਤੇ ਨਸ਼ਾ ਛਡਾਊ ਕੇਂਦਰ ਬਣਾਈਏ ਸਾਰੇ ਰਲ ਮਿਲ ਕੇ, ਜਾਂ ਫਿਰ ਆਪਾਂ ਕਮੇਟੀਆਂ ਬਣਾਈਏ ਜਿਹੜੀਆਂ ਕਮੇਟੀਆਂ ਦੇ ਨਾਲ ਇਹ ਜਿਹੜਾ ਨਸ਼ਾ ਇਹ ਬੰਦ ਹੋ ਸਕੇ। ਆਪਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਿਹੜਾ ਵਾ ਉਹ ਗੁਰਬਾਣੀ ਦੇ ਨਾਲ ਜੋੜੀਏ, ਗੁਰਬਾਣੀ ਦੇ ਅਨੁਸਾਰ ਉਹ ਆਪਣਾ ਜੀਵਨ ਬਤੀਤ ਕਰਨ। ਅਸੀਂ ਪਿੰਡਾਂ ਦੇ ਵਿੱਚ ਹੁਣ ਮਨ ਦਾਸ ਦਾ ਵੀ ਮਨ ਹੈ ਕਿ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਜਾ ਕੇ ਕਮੇਟੀਆਂ ਬਣਾਈਆਂ ਜਾਣ ਤੇ ਕਮੇਟੀਆਂ ਬਣਾ ਕੇ ਉਹਨਾਂ ਨੂੰ ਮਤਲਬ ਕਿ ਜਿਹੜਾ ਇੱਧਰ ਸੱਚੇ ਰਾਹ ਦੇ ਉੱਤੇ ਪਾਇਆ ਜਾਵੇ। ਇੱਕ ਮੈਂ ਅਖੀਰ ਦੇ ਨਾਲ ਇਹ ਦੱਸਣਾ ਜ਼ਰੂਰ ਚਾਹੁੰਦਾ ਹਾਂ ਕਿ ਪ੍ਰਸ਼ਾਸਨ ਵੀ ਇਹਦੇ ਵਿੱਚ ਪੂਰਾ ਜ਼ਿੰਮੇਵਾਰ ਹੈ। ਉਹ ਕਿਸ ਤਰ੍ਹਾਂ ਕਿ ਇੱਕ ਉਹ ਨਸ਼ੇ ਤਸਕਰ ਨੂੰ ਪਕੜਦੇ ਆ। ਮੈਂ ਖੁਦ ਇਹ ਚੀਜ਼ ਨੂੰ ਵੇਖਿਆ ਹੈ ਕਿ ਮੈਂ ਖਲੋ ਕੇ ਕਿ ਕਮ ਸੇ ਕਮ ਨਹੀਂ ਤੇ ਜਿਹੜਾ ਨਸ਼ਾ ਵੇਚਣ ਵਾਲਾ ਆਦਮੀ ਹੈ ਉਹ ਇੱਕ ਦਿਨ ਦਾ ਕਮ ਸੇ ਕਮ ਨਹੀਂ 2 ਲੱਖ ਤੋਂ ਲੈ ਕੇ ਤੇ 4 ਲੱਖ ਰੁਪਇਆ ਵਟ ਰਿਹਾ। ਮੇਰੇ ਸਾਹਮਣੇ ਦੀ ਅੱਖਾਂ ਦੀਆਂ ਗੱਲਾਂ ਏ ਜੀ, ਇਹ ਕੋਈ ਓਲਾ ਨਹੀਂ। ਤੇ ਪਰ ਉਹਨੂੰ ਜਦੋਂ ਜ਼ਿਆਦਾ ਕਿਹਾ ਜਾਂਦਾ ਪਿੰਡਾਂ ਦੇ ਵਿੱਚ, ਜਾਂ ਅਸੀਂ ਵੀ ਕਿਹਾ ਜਾਓ ਕਿ ਇਹਨਾਂ ਨੂੰ ਕਿਉਂ ਨਹੀਂ ਤੁਸੀਂ ਫੜਦੇ, ਇਹਨਾਂ ਦੇ ਅਸੀਂ ਇੰਨਾ ਜ਼ੋਰ ਲਾਇਆ। ਜਦੋਂ ਪ੍ਰਸ਼ਾਸਨ ਨੇ ਫੜਿਆ ਕੀ ਤੇ ਉਹਨਾਂ ਨੂੰ ਫੜ ਕੇ ਅੰਦਰ ਇੱਕ ਲੋਕਾਂ ਦੀਆਂ ਅੱਖਾਂ ਬੁਝਾਈਆਂ ਗਈਆਂ ਤੇ ਕਿਸੇ ਤੇ 5 ਗ੍ਰਾਮ ਪਾਤਾ, ਕਿਸੇ ਤੇ 10 ਗ੍ਰਾਮ ਪਾਤਾ ਜੀ। ਸਿਰਫ ਇੱਕ ਲੋਕਾਂ ਦੀਆਂ ਅੱਖਾਂ ਬੁਝਾਈਆਂ ਜਾ ਰਹੀਆਂ ਨੇ। ਜਾਂ ਤਾਂ ਮੈਂ ਇਹ ਸਮਝਦਾ ਹਾਂ ਕਿ ਇਹ ਜਿਹੜੀ ਆ ਪ੍ਰਸ਼ਾਸਨ ਪੂਰਾ ਰਲਿਆ ਹੋਇਆ ਨਸ਼ੇ ਕੇਂਦਰਾਂ ਨਾਲ ਜੀ, ਕਿਉਂਕਿ ਉਹਨਾਂ ਦੇ ਕੋਲੋਂ ਇੱਕ ਦਿਨ ਦਾ ਜਿਹੜਾ 5 ਲੱਖ ਦਾ ਨਸ਼ਾ ਵੇਚਦਾ ਆਦਮੀ ਤੇ ਉਹਦੇ ਉੱਤੇ ਉਹਨੂੰ ਫੜਦੇ ਆ ਤੇ ਉੱਤੇ ਸਿਰਫ 5 ਗ੍ਰਾਮ ਜਾਂ 50 ਗ੍ਰਾਮ ਪਾ ਰਹੇ। ਇਹਦਾ ਮਤਲਬ ਕੀ ਹੋਇਆ ਭਲਾ? ਇਹਦਾ ਮਤਲਬ ਸਿੱਧਾ ਹੈ ਕਿ ਉਹ ਪ੍ਰਸ਼ਾਸਨ ਜਿਹੜਾ ਵਾ ਉਹਨਾਂ ਦੇ ਨਾਲ ਰਲਿਆ ਹੋਇਆ। ਤੇ ਮੈਂ ਇਹੋ ਹੱਥ ਜੋੜ ਕੇ ਬੇਨਤੀ ਕਰਦਾ ਅਖੀਰ ਤੇ ਕਿ ਆਪਾਂ ਵੱਧ ਤੋਂ ਵੱਧ ਜੇਕਰ ਬੱਚਿਆਂ ਨੂੰ ਬਚਾਉਣਾ ਹੈ ਤੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਆਪਾਂ ਧਾਰਮਿਕ ਕਮੇਟੀਆਂ ਬਣਾਈਏ, ਬੱਚਿਆਂ ਦੀਆਂ ਕਮੇਟੀਆਂ ਬਣਾਈਏ, ਪੰਚਾਇਤਾਂ ਦੇ ਵਿੱਚ ਆਪਾਂ ਜਾ ਕੇ ਉਹਨਾਂ ਦੇ ਪ੍ਰਚਾਰ ਕਰੀਏ। ਤੇ ਮੈਂ ਪ੍ਰਚਾਰਕਾਂ ਨੂੰ ਖਾਸ ਕਰਕੇ ਜਿਹੜੇ ਸਿੱਖ ਕੌਮ ਦੇ ਜਿੰਨੇ ਵੀ ਪ੍ਰਚਾਰਕ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪੋ ਆਪਣੇ ਪਿੰਡਾਂ ਦੇ ਵਿੱਚ ਤੁਸੀਂ 40-40 50 ਪਿੰਡ ਸੰਭਾਲ ਲਓ। ਤੇ ਆਪਾਂ ਪਿੰਡਾਂ ਦੇ ਵਿੱਚ ਇਹ ਨਹੀਂ ਕੋਈ ਰਾਜਨੀਤੀ ਆਪਾਂ ਕੋਈ ਕਰਨੀ, ਕੋਈ ਕਾਲੀ ਆ, ਕੋਈ ਕਾਂਗਰਸੀ ਆ, ਕੋਈ ਕਾਮਰੇਡ ਆ ਜਾਂ ਕੋਈ ਆਮ ਨਹੀਂ। ਇਹਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਨਸ਼ੇ ਦੇ ਉੱਤੇ ਰਾਜਨੀਤੀ ਬਿਲਕੁਲ ਨਹੀਂ ਹੋਣੀ ਚਾਹੀਦੀ। ਬਿਲਕੁਲ। ਤੇ ਨਸ਼ਾ ਜੇਕਰ ਆਪਾਂ ਨਸ਼ੇ ਤਸਕਰਾਂ ਨੂੰ ਦੂਰ ਕਰਨਾ ਹੈ ਤੇ ਪਿੰਡਾਂ ਦੇ ਵਿੱਚ ਇਕੱਠ ਕਰ ਲਈਏ, ਪਿੰਡਾਂ ਦੇ ਵਿੱਚ ਆਪਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਪ੍ਰੇਰੀਏ ਤੇ ਫਿਰ ਆਪਣਾ ਜਿਵੇਂ ਬਠਿੰਡੇ ਦੇ ਇੱਕ ਪਿੰਡ ਦਾ ਆਇਆ ਸੀ ਵੀ ਪਿੰਡ ਦੇ ਲੋਕਾਂ ਨੇ ਡਾਂਗਾ ਲੈ ਕੇ ਤੇ ਨਸ਼ਾ ਤਸਕਰਾਂ ਨੂੰ ਭਜਾਇਆ ਸੀ। ਬਿਲਕੁਲ। ਬਠਿੰਡੇ ਦੇ ਲਾਗੇ ਇੱਕ ਪਿੰਡ ਵਾਲਿਆਂ ਨੇ ਸਾਰਿਆਂ ਨੇ ਏਕਾ ਕਰ ਲਿਆ ਹੈ ਕਿ ਆਪਾਂ ਹੁਣ ਪਿੰਡ ਦੇ ਵਿੱਚ ਨਸ਼ਾ ਨਹੀਂ ਵੜਨ ਦੇਣਾ। ਤੇ ਉਸ ਪਿੰਡ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਹੈ ਤੇ ਉਹਨੂੰ ਵੀ ਉਹਨਾਂ ਨੇ ਬੜੇ ਪਿਆਰ ਦੇ ਨਾਲ ਸਮਝਾਇਆ ਤੇ ਉਹਨੂੰ ਵੀ ਆਪਣੇ ਹੱਲ ਕਰ ਲਿਆ। ਮੈਂ ਤਾਂ ਇਹੋ ਚੈਨਲ ਤੇ ਕਹਿਣਾ ਚਾਹੁੰਦਾ, ਜੇਕਰ ਆਪਾਂ ਆਖੀਏ ਕਿ ਕਿਸੇ ਨੂੰ ਜ਼ਬਰਦਸਤੀ ਕੀਤੀ ਜਾਵੇ, ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ। ਇੱਕ ਚੈਨਲ ਜਿਹੜਾ ਚੈਨਲ ਰਾਹੀਂ ਮੈਂ ਇਹੋ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾਵੇ ਕਿ ਵੱਧ ਤੋਂ ਵੱਧ ਜਿਹੜਾ ਉਹ ਬੱਚਿਆਂ ਨੂੰ ਜਿਹੜਾ ਵਾ ਉਹ ਚੰਗੀ ਸੇਧ ਦਿੱਤੀ ਜਾਵੇ। ਮੈਂ ਇੱਕ ਜ਼ਰੂਰ ਕਹਿਣਾ ਚਾਹੁੰਦਾ ਹਾਂ, ਗੁਰਬਾਣੀ ਦਾ ਫਰਮਾਨ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਨੇ ਬੈਠੇ ਸੁੱਤੇ, ਉਹ ਹਾਲਾਤ ਅੱਜ ਬਣ ਗਈ। ਇਹ ਗੁਰੂ ਨਾਨਕ ਸਾਹਿਬ ਜੀ ਨੇ ਕਹਿਣਾ ਕੀਤਾ ਸੀ ਜਦੋਂ ਬਾਬਰ ਨੇ ਜ਼ੁਲਮ ਕੀਤਾ ਸੀ ਤੇ ਉਦੋਂ ਕਿਹਾ ਸੀ ਗੁਰੂ ਨਾਨਕ ਸਾਹਿਬ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਏ ਬੈਠੇ ਸੁੱਤੇ। ਤੇ ਉਹ ਹਾਲਾਤ ਅੱਜ ਬਣ ਗਈ ਆ। ਅਸੀਂ ਤਾਂ ਪਹਿਲਾਂ ਅਕਾਲੀਆਂ ਤੋਂ ਕੋਸ਼ਦੇ ਕਿ ਇਹਨਾਂ ਨੇ ਅਕਾਲੀਆਂ ਨੇ ਨਸ਼ਾ ਜਾਂ ਮਾੜੇ ਕਰਮ ਕੀਤੇ, ਉਹਨਾਂ ਨੂੰ
ਕੋਸਿਆ ਗਿਆ, ਕਾਂਗਰਸ ਨੂੰ ਕੋਸਿਆ ਗਿਆ। ਪਰ ਜਿਹੜੀ ਹੁਣ ਆਮ ਆਦਮੀ ਪਾਰਟੀ ਆਈ ਆ, ਇਹਦੇ ਐਮਐਲਏ ਲੋਕਾਂ ਨੇ ਤੇ ਚਾਹਿਆ ਸੀ ਕਿ ਸ਼ਾਇਦ ਬਦਲਾਅ ਹੋ ਜਾਵੇਗਾ, ਪਰ ਬਦਲਾਅ ਨਹੀਂ ਹੋਇਆ। ਹੁਣ ਦੇ ਐਮਐਲਏ ਜਿਹੜੇ ਸਾਡੇ ਖਡੂਰ ਸਾਹਿਬ ਦਾ ਐਮਐਲਏ ਹੈ, ਉਹ ਬਿਲਕੁਲ ਸੁੱਤਾ ਪਿਆ ਵਾ। ਉਹਨੂੰ ਜਾ ਕੇ ਜਦੋਂ ਕੋਈ ਕਹਿੰਦਾ ਹੈ ਕਿ ਤੂੰ ਆਂਦਾ ਕਿ ਮੇਰੇ ਕੋਲ ਕੋਈ ਜ਼ਿੰਮੇਵਾਰੀ ਨਹੀਂ ਹੈ, ਬਿਲਕੁਲ ਉਹ ਨਾ ਹੀ ਕਰ ਦਿੰਦਾ ਹੈ। ਤੇ ਜੇਕਰ ਜਿਹੜਾ ਆਪਾਂ ਰਾਜਾ ਬਣਾਇਆ ਹੈ ਇਲਾਕੇ ਦਾ, ਜਿਹਨੂੰ ਆਪਾਂ ਬਾਪ ਬਣਾਇਆ ਹੈ, ਪਰਿਵਾਰ ਮੈਂਬਰਾਂ ਦਾ ਜਿਹੜਾ ਪਿਤਾ ਬਣਿਆ ਹੈ, ਤੇ ਜੇਕਰ ਉਹੀ ਹਥਿਆਰ ਛੁੱਟ ਦੇਗਾ ਤੇ ਫਿਰ ਤੇ ਬੜਾ ਮੁਸ਼ਕਲ ਹੋ ਜਾਏਗਾ, ਬਹੁਤ ਜ਼ਿਆਦਾ ਮੁਸ਼ਕਲ ਹੋ ਜਾਏਗੀ। ਮੇਰੀ ਤੇ ਸਾਰੀ ਸਰਕਾਰ ਨੂੰ ਬੇਨਤੀ ਆ, ਇਲਾਕਿਆਂ ਦੇ ਸਾਰੇ ਐਮਐਲਏ ਨੂੰ ਬੇਨਤੀ, ਇਹ ਨਹੀਂ ਗੱਲ ਕਿ ਇਕੱਲੇ ਭਗਵੰਤ ਮਾਨ ਨੂੰ ਸਾਡੀ ਬੇਨਤੀ, ਸਾਰਿਆਂ ਨੂੰ ਬੇਨਤੀ, ਜਿੰਨੇ ਵੀ ਐਮਐਲਏ ਨੇ, 92 ਐਮਐਲਏ ਨੇ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪੋ ਆਪਣੇ ਇਲਾਕਿਆਂ ਦੇ ਵਿੱਚ ਬਾਕੀ ਭਾਵੇਂ ਸਾਰੇ ਕੰਮ ਛੱਡ ਦਿਓ, ਜੇਕਰ ਤੁਸੀਂ ਨਸ਼ੇ ਤੋਂ ਦੂਰ ਕਰਤਾ ਨੌਜਵਾਨਾਂ ਨੂੰ, ਤੇ ਇਹ ਸਮਝ ਲਓ ਕਿ ਤੁਹਾਡੀ ਸਭ ਤੋਂ ਵੱਡੀ ਪ੍ਰਾਪਤੀ ਜੀ, ਪੰਜਾਬ ਤਰੱਕੀ ਦੀ ਹਾਂਜੀ ਪ੍ਰਾਪਤੀ, ਜਿਹੜਾ ਪੰਜਾਬ ਉਹ ਤਰੱਕੀ ਕਰ ਸਕਦਾ। ਜੀ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਅੱਜ ਸਟੂਡੀਓ ਦੇ ਵਿੱਚ ਆਉਣ ਦੇ ਲਈ, ਔਰ ਬਹੁਤ ਹੀ ਨੇਕ ਕਾਰਜ ਕੀਤਾ। ਜਿਸ ਤਰ੍ਹਾਂ ਤੁਸੀਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਵੰਗਾਰ ਜਿਹੜੀ ਹੈ ਉਹ ਸਿਵਿਆਂ ਦੇ ਵਿੱਚੋਂ ਪਾਈ ਹੈ, ਸੋ ਕਿਤੇ ਨਾ ਕਿਤੇ ਇਹ ਵਧਾਈ ਦੇ ਪਾਤਰ ਵੀ ਨੇ, ਔਰ ਐਸੇ ਪ੍ਰਚਾਰਕਾਂ ਦੀ ਸਮਾਜ ਨੂੰ ਲੋੜ ਵੀ ਹੈ। ਸੋ ਗੁਰੂ ਸਾਹਿਬ ਨੇ ਕਿਹਾ ਬਾਣੀ ਤੇ ਬਾਣੇ ਦੇ ਨਾਲ ਜੁੜਨਾ ਚਾਹੀਦਾ ਹੈ। ਫਿਰ ਚਾਹੇ ਤੁਹਾਡੇ ਸਾਹਮਣੇ ਲੱਖਾਂ ਕਰੋੜਾਂ ਦੀਆਂ ਜਾਇਦਾਦਾਂ ਹੋਣ, ਲਾਲਚਾਂ ਹੋਣ, ਤੇ ਚਾਹੇ ਕੋਈ ਬੁਰਾਈਆਂ ਹੋਣ, ਜਦੋਂ ਤੁਸੀਂ ਬਾਣੀ ਤੇ ਬਾਣੇ ਦੇ ਸੱਚੇ ਧਾਰਨੀ ਹੁੰਨੇ ਆ ਤੇ ਉਹ ਚੀਜ਼ਾਂ ਤੁਹਾਨੂੰ ਪ੍ਰਭਾਵਿਤ ਨਹੀਂ ਕਰਦੀਆਂ। ਸੋ ਧਰਮ ਦੇ ਜ਼ਰੀਏ ਵੀ ਅਸੀਂ ਬਹੁਤ ਸਾਰਾ ਸਮਾਜ ਦਾ ਸੁਧਾਰ ਕਰ ਸਕਦੇ ਹਾਂ। ਜਿੱਥੇ ਸਰਕਾਰਾਂ ਤੇ ਪ੍ਰਸ਼ਾਸਨ ਬੇਸ਼ੱਕ ਸੁੱਤੇ ਰਹਿਣ, ਪਰ ਜੇ ਸਾਡੇ ਧਾਰਮਿਕ ਆਗੂ ਜਾਗਦੇ ਰਹਿੰਦੇ ਨੇ ਤੇ ਤਾਂ ਵੀ ਸਾਡੀਆਂ ਜਵਾਨੀਆਂ ਗਲਤਾਨ ਹੋਣ ਤੋਂ ਬਚ ਜਾਂਦੀਆਂ ਨੇ। ਪੰਜਾਬ ਦੀ ਤਰਾਸਦੀ ਰਹੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਾਡੇ ਜਿਹੜੇ ਧਾਰਮਿਕ ਆਗੂ ਨੇ ਉਹ ਵੀ ਕਿਤੇ ਨਾ ਕਿਤੇ ਆਪਣੇ ਲਾਲਚਾਂ ਜਾਂ ਆਪਣੇ ਨਿੱਜੀ ਸਵਾਰਥਾਂ ਦੀ ਭੇਂਟ ਚੜੇ ਨੇ, ਜਿਸ ਦਾ ਜਿਹੜੀ ਕੌਮ ਆ ਹੁਣ ਹਰਜਾਨਾ ਭੁਗਤ ਰਹੀ ਹੈ। ਸੋ ਸਾਡੀ ਇਹ ਕੋਸ਼ਿਸ਼ ਰਹੀ ਹੈ ਕਿ ਜੋ ਵਿਸ਼ੇ ਸਮਾਜ ਨੂੰ ਅੰਦਰੋਂ ਖੋਖਲੇ ਕਰ ਰਹੇ ਨੇ ਉਹਨਾਂ ਦੇ ਉੱਤੇ ਗੱਲਬਾਤ ਹੋਏ। ਸੋ ਭਾਈ ਜਸਵਿੰਦਰ ਸਿੰਘ ਜੱਸਾ ਜੀ ਜੋ ਸਨ, ਉਹ ਉਸ ਵੇਲੇ ਸਿਵਿਆਂ ਦੇ ਵਿੱਚੋਂ ਇੱਕ ਨਵੀਂ ਹੂਕ ਮਾਰੀ ਹੈ ਪੰਜਾਬ ਨੂੰ, ਪੰਜਾਬ ਦੀਆਂ ਮਾਵਾਂ ਨੂੰ, ਕਿ ਆਪਣੇ ਬੱਚਿਆਂ ਨੂੰ ਬਚਾਓ। ਅਸੀਂ ਵੀ ਤੁਹਾਨੂੰ ਇਹੀ ਕਹਿੰਦੇ ਆ ਕਿ ਨਸ਼ਿਆਂ ਨਾਮੀ ਕੋਹੜ ਤੋਂ ਆਪਣੇ ਬੱਚਿਆਂ ਨੂੰ ਬਚਾਓ, ਉਹਨਾਂ ਦੇ ਨਾਲ ਗੱਲ ਕਰੋ, ਉਹਨਾਂ ਨੂੰ ਬੁਰੀ ਸੰਗਤ ਬਾਰੇ ਦੱਸੋ ਤੇ ਨਸ਼ੇ ਦੇ ਨਾਲ ਕਿਵੇਂ ਜ਼ਿੰਦਗੀਆਂ ਬਰਬਾਦ ਹੁੰਦੀਆਂ ਨੇ, ਅਨਮੋਲ ਜ਼ਿੰਦਗੀ ਜਿਹੜੀ ਹੈ ਕਿਸ ਤਰ੍ਹਾਂ ਇਹਨੂੰ ਗਵਾ ਦਿੱਤਾ ਜਾ ਸਕਦਾ ਆ, ਇਸ ਨੂੰ ਚੰਗੇ ਕੰਮਾਂ ਲਈ ਲਾਇਆ ਜਾ ਸਕਦਾ। ਇਸ ਤਰ੍ਹਾਂ ਦੇ ਨਾਲ ਆਪਣੇ ਬੱਚਿਆਂ ਨੂੰ ਪ੍ਰੇਰ ਕੇ ਰੱਖੋ। ਸੋ ਇਹ ਸੀ ਸਾਡੀ ਅੱਜ ਦੀ ਰਿਪੋਰਟ ਰੋਜ਼ਾਨਾ ਸਪੋਕਸਮੈਨ ਵੱਲੋਂ। ਫਿਲਹਾਲ ਮੈਨੂੰ ਦਿਓ ਆਗਿਆ, ਧੰਨਵਾਦ।